ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭ੍ਰਿਸ਼ਟਾਚਾਰ ਦੇ ਸੰਗਠਿਤ ਰੂਪ ਨੇ ਸਿਆਸੀ ਲੋਕਾਂ ਦੇ ਚਿਹਰੇ ਕੀਤੇ ਨੰਗੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਦਵਿੰਦਰ ਜੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਇੱਕ ਵੱਡਾ ਨਾਅਰਾ ਦਿੱਤਾ ਸੀਗਾ, ਇੱਕ ਵਾਅਦਾ ਕੀਤਾ ਸੀ। ਅਤੇ ਗੱਲ ਕਰੀਏ ਸਰਕਾਰ ਬਣਨ ਤੋਂ ਬਾਅਦ ਉਹਨਾਂ ਵੱਲੋਂ ਕਈ ਇਸ ਤਰ੍ਹਾਂ ਦੀ ਕਾਰਵਾਈਆਂ ਵੀ ਕੀਤੀਆਂ, ਚਾਹੇ ਉਹਨਾਂ ਨੇ ਆਪਣਿਆਂ 'ਤੇ ਕੀਤੀਆਂ ਚਾਹੇ ਬੇਗਾਨਿਆਂ 'ਤੇ ਕੀਤੀਆਂ। ਅਤੇ ਉਸੇ 'ਚ ਗੱਲ ਕਰੀਏ ਤਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ, ਜਿਸ ਨੂੰ ਪਿਛਲੇ ਦਿਨੀਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ, ਕਈ ਦਿਨਾਂ ਦੇ ਰਿਮਾਂਡ 'ਤੇ ਰਹੇ, ਸਭ ਕੁਝ ਹੋਇਆ। ਅਸੀਂ ਜਾਣਨਾ ਚਾਹਾਂਗੇ ਵਿਜੀਲੈਂਸ ਦੀ ਇਨਕੁਆਇਰੀ ਦੇ ਵਿੱਚ ਹੁਣ ਤੱਕ ਸਾਧੂ ਸਿੰਘ ਧਰਮਸੋਤ ਵਾਲੇ ਕੇਸ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ। ਦੇਖੋ, ਜੇ ਅਸੀਂ ਦੇਖਿਆ ਜਾਵੇ ਪਿਛਲਾ ਦੌਰ, ਪੰਜਾਬ ਦਾ ਕੋਈ ਡਿਪਾਰਟਮੈਂਟ ਬਚਿਆ ਹੋ ਜਿੱਥੇ ਸੰਗਠਿਤ ਰੂਪ ਦੇ ਵਿੱਚ ਭ੍ਰਿਸ਼ਟਾਚਾਰ ਨਾ ਫੈਲਿਆ ਹੋਵੇ। ਤੁਸੀਂ ਦੇਖੋ, ਚਾਹੇ ਖੁਰਾਕ ਤੇ ਸਪਲਾਈ ਵਿਭਾਗ ਲੈ ਲਓ, ਚਾਹੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਲੈ ਲਓ, ਵਜ਼ੀਫਾ ਦੇਣ ਵਾਲੀ ਗੱਲ ਹੋਵੇ, ਚਾਹੇ ਪੁਲਿਸ ਹੋਵੇ, ਚਾਹੇ ਬਿਜਲੀ ਵਾਲਾ ਹੋਵੇ, ਚਾਹੇ ਐਕਸਾਈਜ਼ ਹੋਵੇ, ਮਾਈਨਿੰਗ ਹੋਵੇ, ਮਤਲਬ ਲੋਕਲ ਗੌਰਮੈਂਟ ਹੋਵੇ, ਅਰਬਨ ਡਿਵੈਲਪਮੈਂਟ ਹੋਵੇ, ਕੋਈ ਡਿਪਾਰਟਮੈਂਟ, ਕੋਈ ਵਿਭਾਗ ਪੰਜਾਬ ਦਾ ਐਸਾ ਨਹੀਂ ਸੀ ਬਚਿਆ ਜਿੱਥੇ ਸੰਗਠਿਤ ਰੂਪ ਵਿੱਚ ਰਿਸ਼ਵਤਖੋਰੀ ਨਾ ਚੱਲਦੀ ਹੋਵੇ। ਅਤੇ ਇਹ ਮੰਨਿਆ ਜਾਂਦਾ ਸੀ ਵੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੇ ਕਿਤੇ ਹਿੱਸਾ ਪੱਤੀ ਜਿਹੜੀ ਹੈ ਉਹ ਪਹੁੰਚਦੀ ਹੈਗੀ। ਅਤੇ ਅਸੀਂ ਦੇਖਿਆ ਜਾਵੇ ਤਾਂ ਪੰਜਾਬ ਵਿਜੀਲੈਂਸ ਬਿਊਰੋ ਵੀ ਉਹਨਾਂ ਦਿਨਾਂ ਦੌਰਾਨ ਖੁਦ ਭ੍ਰਿਸ਼ਟਾਚਾਰ ਦਾ ਸ਼ਿਕਾਰ ਸੀ। ਇਹ ਮੰਨਿਆ ਜਾਂਦਾ ਸੀ ਵੀ ਉਸ ਵੇਲੇ ਉੱਥੇ ਵੀ ਐਕਸਟੋਰਸ਼ਨ ਸੈਂਟਰ, ਜਿਹਨੂੰ ਕਹਿੰਦੇ ਵੀ ਜਿਵੇਂ ਵਸੂਲੀ ਕੇਂਦਰ ਖੋਲ੍ਹੇ ਹੁੰਦੇ ਨਾ, ਵੀ ਇਸ ਤਰ੍ਹਾਂ ਦੀ ਜਿਹੜੀ ਹੈ ਅਕਸਰ ਅਸੀਂ ਬਿਊਰੋਕਰੇਸੀ ਤੋਂ ਚਰਚਾ ਸੁਣਦੇ ਹੁੰਦੇ ਸੀ ਵੀ ਵਿਜੀਲੈਂਸ ਦਾ ਇੱਕ ਤਰ੍ਹਾਂ ਨਾਲ ਐਕਸਟੋਰਸ਼ਨ ਸੈਂਟਰ ਜਿਹੜਾ ਉਹ ਬਣਿਆ ਹੋਇਆ ਹੈਗਾ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਕਾਂਗਰਸ ਵੇਲੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ, ਤਾਂ ਇੱਕ ਅਸੀਂ ਕਹਿ ਲਈਏ ਵੀ ਟਿਪ ਆਫ ਆਈਸਬਰਗ, ਇੱਕ ਛੋਟਾ ਜਿਹਾ ਇੱਕ ਨਮੂਨਾ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ। ਅੱਜ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਜਿਹੜਾ 15 ਦਿਨਾਂ ਦੇ ਜੁਡੀਸ਼ਲ ਰਿਮਾਂਡ 'ਤੇ ਭੇਜ ਦਿੱਤਾ ਹੈ। ਉਹਦੇ 'ਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਬੜੀਆਂ ਹੈਰਾਨੀਜਨਕ ਨੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਦਰਜਾ 4, ਅਸੀਂ ਕਹੀਏ ਵੀ ਦਰਜਾ 4 ਕਰਮਚਾਰੀ ਤੋਂ ਲੈ ਕੇ ਉੱਪਰ ਤੱਕ ਜਿੰਨੀ ਵੀ ਪੋਸਟਿੰਗ ਨਿਯੁਕਤੀਆਂ ਹੁੰਦੀਆਂ ਸੀ ਉਹ ਪੈਸੇ ਦੇ ਕੇ ਹੁੰਦੀਆਂ ਸੀ। ਅਤੇ ਨਾਲ ਇਹ ਸੀ ਵੀ ਹਿੱਸਾ ਪੱਤੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੇ ਕਿਤੇ ਵੰਡੀ ਜਾਂਦੀ ਸੀ। ਜਿਹੜਾ ਵੀ ਇਸ ਡਿਪਾਰਟਮੈਂਟ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਵੀ ਪੈਸੇ ਨਹੀਂ ਦੇ ਸਕਦਾ, ਜਾਂ ਕੋਈ ਬੰਦਾ ਕਹਿੰਦਾ ਸੀ ਵੀ ਮੈਂ ਤਾਂ ਨਾ ਕਮਾਈ ਕਰਨੀ ਹੈ ਅਤੇ ਨਾ ਦੇਣੀ ਹੈ, ਉਹਨੂੰ ਜਾਂ ਤਾਂ ਨੁੱਕਰੇ ਲਾ ਦਿੱਤਾ ਜਾਂਦਾ ਸੀ, ਜਾਂ ਕੋਰਟ ਕਚਹਿਰੀ 'ਚ ਜਿਹੜੇ ਡਿਪਾਰਟਮੈਂਟ ਦੇ ਵਿਭਾਗਾਂ ਦੇ ਕੇਸ ਚੱਲਦੇ ਹੁੰਦੇ ਨੇ ਵੀ ਤੁਸੀਂ ਭਾਈ ਉਹਦੀ ਪੈਰਵਾਈ ਕਰੋ। ਇਸ ਤਰ੍ਹਾਂ ਦੇ ਜਿਹੜੇ ਉਹ ਤੱਥ ਸਾਹਮਣੇ ਆਏ ਨੇਗੇ, ਬੜੀ ਹੈਰਾਨੀਜਨਕ ਹੈ। ਫਿਰ ਇੱਕ ਸਭ ਤੋਂ ਵੱਡੀ ਗੱਲ ਇਹ ਆਈ ਹੈ, ਪੰਜਾਬ ਦੇ ਵਿੱਚ ਅਸੀਂ ਦੇਖਿਆ ਪਿਛਲੇ 10 ਕੁ ਸਾਲਾਂ ਦੇ ਵਿੱਚ ਸੜਕਾਂ ਬਹੁਤ ਚੌੜੀਆਂ ਹੋਈਆਂ ਨੇ। ਇਹ ਅੱਛੀ ਗੱਲ ਹੈ, ਲੋਕਾਂ ਨੂੰ ਇੱਧਰ ਉੱਧਰ ਜਾਣਾ, ਜਿਹੜਾ ਸਫ਼ਰ ਤੈਅ ਕਰਨਾ ਸੌਖਾ ਹੋ ਗਿਆ। ਅਸੀਂ ਚੰਡੀਗੜ੍ਹ ਤੋਂ ਬਠਿੰਡੇ ਨੂੰ ਲੈ ਲਈਏ, ਚੰਡੀਗੜ੍ਹ ਤੋਂ ਫਿਰੋਜ਼ਪੁਰ ਨੂੰ ਲੈ ਲਈਏ, ਅਸੀਂ ਅੰਬਾਲੇ ਤੋਂ ਅੰਮ੍ਰਿਤਸਰ ਤੱਕ ਵਾਲੀ ਸੜਕ ਲੈ ਲਈਏ, ਹੋਰ ਕਿੰਨੀਆਂ ਸੜਕਾਂ ਨੇ ਜਿਹੜੀਆਂ ਉਹ ਕੋਈ 4 ਮਾਰਗੀ ਹੋਈ ਹੈ, ਕੋਈ 6 ਮਾਰਗੀ ਹੋਈ ਹੈ, ਕੋਈ 2 ਮਾਰਗੀ ਵੀ ਚੌੜੀ ਹੋਈਆਂ ਨੇਗੀਆਂ। ਤਾਂ ਜਦੋਂ ਸੜਕਾਂ ਚੌੜੀਆਂ ਹੁੰਦੀਆਂ ਨੇ ਤਾਂ ਉਹ ਜੰਗਲ ਕੱਟਿਆ ਜਾਂਦਾ ਹੈ। ਜਦੋਂ ਉਹ ਜੰਗਲ ਕੱਟਿਆ ਜਾਂਦਾ ਤਾਂ ਭਾਰਤ ਸਰਕਾਰ ਜਿਹੜਾ ਹੈ ਉਹ ਕੰਪਨਸੇਟਰੀ ਫੋਰੈਸਟ ਜਿਹੜਾ ਹੈ ਉਹਦੇ ਲਈ ਪੈਸੇ ਦਿੰਦੀ ਹੈਗੀ। ਉਹ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸੂਤਰ ਦੱਸਦੇ ਨੇ ਵੀ 100-150 ਕਰੋੜ ਰੁਪਇਆ ਸਾਲ ਦਾ ਜਿਹੜਾ ਉਹ ਤਕਰੀਬਨ ਭਾਰਤ ਸਰਕਾਰ ਦਿੰਦੀ ਸੀ ਵੀ ਤੁਸੀਂ ਜੰਗਲ ਹੋਰ ਲਾਓ, ਜੰਗਲ ਹੋਰ ਲਾਓ, ਕਿਉਂਕਿ ਦਰਖਤ ਕੱਟੇ ਗਏ। ਅਸੀਂ ਜਦੋਂ ਦੇਖਦੇ ਹਾਂ ਇੱਥੋਂ ਬਠਿੰਡੇ ਤੋਂ ਚੰਡੀਗੜ੍ਹ ਤੋਂ ਬਠਿੰਡਾ ਸੜਕ ਸਾਰੀ ਘੋਨੀ ਹੋਈ ਪਈ ਹੈ, ਸਾਰੇ ਆਸੇ ਪਾਸੇ ਜਿਹੜੇ ਆ ਉਹ ਦਰਖਤ ਵੱਢੇ ਗਏ, ਤਾਂ ਹੋਰ ਜੰਗਲ ਜਿਹੜਾ ਉਹ ਲਾਉਣ ਵਾਸਤੇ ਹੁੰਦਾ ਸੀ। ਹੁਣ ਉਹ ਜੰਗਲ ਲਾਉਣ ਵਾਸਤੇ ਨਵੇਂ ਬੂਟੇ ਲਾਉਣੇ ਪੈਣਗੇ, ਉਹ ਟਰੀ ਗਾਰਡ ਲਾਉਣੇ ਪੈਣਗੇ, ਉਹਨਾਂ ਦੀ ਦੇਖ ਰੇਖ ਹੋਊਗੀ। ਦੇਖ ਰੇਖ ਵਾਸਤੇ ਨਦੀਨਨਾਸ਼ਕ ਵੀ ਪਊਗਾ, ਪੈਸਟੀਸਾਈਡ ਵੀ ਵਰਤਿਆ ਜਾਊਗਾ, ਖਾਦ ਵੀ ਪਊਗੀ, ਬੰਦੇ ਵੀ ਰੱਖਣੇ ਪੈਣਗੇ। ਤਾਂ ਇਹ ਸਾਰਾ ਕਾਲਾ ਮਾਲਾ ਜਿਹੜਾ ਬਹੁਤਾ ਹਿੱਸਾ ਹੈ, ਇਹ ਜੋ ਸੂਤਰ ਦੱਸਦੇ ਨੇਗੇ ਦੋਨਾਂ ਡਿਪਾਰਟਮੈਂਟਸ ਦੇ, ਵਿਜੀਲੈਂਸ ਦੇ ਅਤੇ ਜੰਗਲਾਤ ਦੇ, ਵੀ ਜ਼ਿਆਦਾਤਰ ਇਹ ਖਾਨਾ ਪੂਰਤੀ ਹੁੰਦੀ ਸੀ, ਕਾਗਜ਼ਾਂ 'ਚ ਹੀ ਦਿਖਾਇਆ ਜਾਂਦਾ ਸੀ ਵੀ ਜੰਗਲ ਲੱਗ ਗਿਆ ਨਹੀਂ ਲੱਗ ਗਿਆ, ਅਤੇ ਅਦਰਵਾਈਜ਼ ਸਾਰਾ ਜਿਹੜਾ ਉਹ ਡਕਾਰ ਲਿਆ ਜਾਂਦਾ ਸੀ। ਅਸੀਂ ਇਹ ਦੇਖਦੇ ਹਾਂ ਵੀ ਵਾਤਾਵਰਨ ਨੂੰ ਕਿਸ ਤਰ੍ਹਾਂ ਜਿਉਂਦਾ ਰੱਖਣ ਲਈ, ਵਾਤਾਵਰਨ ਸਹੀ ਰੱਖਣ ਲਈ ਪੈਸਾ ਆਉਂਦਾ ਹੈ ਜੰਗਲਾਤ ਲਾਉਣ ਲਈ, ਪਰ ਉਹ ਖੁਰਦ-ਬੁਰਦ ਕਿਸ ਤਰ੍ਹਾਂ ਹੁੰਦਾ ਹੈ, ਇਹ ਸਾਡੇ ਸਾਹਮਣੇ ਇੱਕ ਨਵਾਂ ਰੂਪ ਜਿਹੜਾ ਹੈ ਉਹ ਸਾਹਮਣੇ ਆਇਆ ਹੈ। ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ। ਮੈਨੂੰ ਲੱਗਦਾ ਵੀ ਇਹ ਜਿਹੜੇ ਸੂਤਰ ਦੱਸਦੇ ਨੇ ਵੀ ਇਹ 500-700 ਕਰੋੜ ਦਾ ਜਿਹੜਾ ਟੋਟਲ ਕਪੜਾ ਹੋਊਗਾ ਜਿਹੜਾ ਇੱਧਰ ਕਰਪਸ਼ਨ ਇਸ ਡਿਪਾਰਟਮੈਂਟ ਦੇ ਵਿੱਚ ਚੱਲੀ ਹੈ। ਕਿਉਂਕਿ ਜੇ 40 ਲੱਖ ਰੁਪਈਆ 20 ਲੱਖ ਰੁਪਈਆ ਦੇ ਕੇ ਕੋਈ
ਆਪਦੀ ਪੋਸਟਿੰਗ ਕਰਾਉਂਦਾ ਹੈ ਤਾਂ ਉਹ ਉਦੋਂ ਦੁੱਗਣੇ ਤਿੱਗਣੇ ਜਿਹੜੇ ਹੈ ਉੱਥੋਂ ਕਮਾਉਂਦਾ ਹੈ। ਇਹਨਾਂ ਗੱਲ ਤਾਂ ਸਾਰੇ ਮੰਨ ਚੁੱਕੇ ਨੇ ਵੀ ਕੋਈ 40 ਲੱਖ ਦਿੰਦਾ ਸੀ, ਕੋਈ 20 ਲੱਖ ਦਿੰਦਾ ਸੀ, ਕੋਈ 5 ਲੱਖ ਦਿੰਦਾ ਸੀ ਆਪਣੀ ਨਿਯੁਕਤੀ ਕਰਾਉਣ ਲਈ ਜਿਹੜਾ ਹੈ ਉਸ ਵੇਲੇ ਦੇ ਜੰਗਲਾਤ ਮੰਤਰੀ ਨੂੰ। ਜੇ ਇੰਨੇ ਪੈਸੇ ਦੇ ਕੇ ਕੋਈ ਬੰਦਾ ਲੱਗੂਗਾ ਤਾਂ ਸਹਿਜੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਸਾਡੇ ਜਿਹੜੇ ਜੰਗਲ ਹੈ ਉਹਨਾਂ ਦਾ ਕਿੰਨਾ ਕੁ ਜਿਹੜਾ ਵਿਕਾਸ ਹੋਊਗਾ, ਅਤੇ ਜੰਗਲ ਤਾਂ ਵੱਡੇ ਹੀ ਜਾਣਗੇ। ਜੰਗਲ ਹੋਰ ਲੱਗਣੀ ਤਾਂ ਦੂਰ ਗੱਲ ਹੈ। ਜਿਹੜੇ ਕੈਂਪਾਂ 'ਚ ਪੈਸੇ ਆਉਂਦੇ ਨੇਗੇ, ਕੈਂਪਾਂ ਮੈਨੇਜਮੈਂਟ ਕੰਪਨਸੇਟਰੀ ਫੋਰੈਸਟ ਜਿਹੜੀ ਇੱਕ ਸਕੀਮ ਹੈ ਭਾਰਤ ਸਰਕਾਰ ਦੀ, ਉਹਦੇ ਜਿਹੜੇ ਪੈਸੇ ਆਉਂਦੇ ਨੇ ਜ਼ਿਆਦਾਤਰ ਉਹਦੇ ਵੀ ਦੋਸ਼ ਲੱਗਦੇ ਨੇ ਵੀ ਉਹ ਵੀ ਖਾ ਲਿਆ ਜਾਂਦਾ ਸੀ। ਇੱਕ ਹੋਰ ਜਿਹੜੀ ਇਹਦੇ 'ਚ ਗੱਲ ਸਾਹਮਣੇ ਆਈ ਹੈ ਵੀ ਕੋਈ ਖਾਸ ਆਡਿਟਿੰਗ ਨਹੀਂ ਸੀ ਹੁੰਦੀ ਜੀ। ਦੇਖੋ, ਇੱਕ ਹੁੰਦਾ ਹੈ ਡਿਪਾਰਟਮੈਂਟਾਂ ਦੇ ਵਿੱਚ ਪੈਸਾ ਵਰਤਿਆ ਜਾਂਦਾ ਹੈ, ਪੈਸਾ ਖਰਚਿਆ ਜਾਂਦਾ ਹੈ, ਤਾਂ ਉਹਦਾ ਚੈੱਕ ਐਂਡ ਬੈਲੈਂਸ ਹੁੰਦਾ ਹੈਗਾ, ਕੋਈ ਚੈੱਕ ਹੁੰਦਾ ਹੈ। ਹਾਲਾਂਕਿ ਭਾਰਤ ਸਰਕਾਰ ਦੀਆਂ ਟੀਮਾਂ ਆਉਂਦੀਆਂ ਨੇ, ਚੈੱਕ ਕਰਦੀਆਂ ਨੇ, ਪਤਾ ਨਹੀਂ ਫਿਰ ਕੀ ਖਾਨਾ ਪੂਰਤੀ ਕਰਦੀਆਂ, ਉਹ ਵੀ ਚੈੱਕ ਕਰਦੀਆਂ ਸਹੀ ਤਰੀਕੇ ਨਾਲ ਜਾਂ ਨਹੀਂ ਕਰਦੀਆਂ, ਜਾਂ ਉਹ ਵੀ ਆਪਦਾ ਹਿੱਸਾ ਲੈ ਕੇ ਤੁਰ ਜਾਂਦੀਆਂ। ਇਹ ਜਾਂਚ ਦਾ ਵਿਸ਼ਾ ਹੈ। ਅਗਲੀ ਜਾਂਚ ਦੇ ਵਿੱਚ ਵਿਜੀਲੈਂਸ ਬਿਊਰੋ ਜਿਹੜਾ ਉਹ ਸਾਹਮਣੇ ਲੈ ਆਊਗੀ ਕੀ ਭਾਰਤ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਸੀ ਉਹਨਾਂ ਦੀ ਕਾਰਗੁਜ਼ਾਰੀ ਸਹੀ ਸੀ ਜਾਂ ਨਹੀਂ ਸਹੀ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਮਾੜੀ ਮੋਟੀ ਜਿਹੜੀ ਹੈ ਇਨਸਪੈਕਸ਼ਨ ਜਿਹੜੀ ਕਰਦੇ ਸੀ ਉਹ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਇੱਕ ਤੋਂ ਦੂਜੇ 'ਤੇ ਕਰ ਲੈਂਦੇ ਸੀ। ਉਹ ਸਾਰੇ ਹੀ ਇੱਕ ਦੂਜੇ ਨਾਲ ਪਹਿਲਾਂ ਤਾਂ ਰਲੇ ਹੁੰਦੇ ਸੀ, ਸਭ ਨੂੰ ਇੱਕ ਦੂਜੇ ਦੀਆਂ ਚੋਰ ਮੁਰਗੀਆਂ ਪਤਾ ਸੀ ਕੀ ਹੈ। ਉਹ ਇਨਸਪੈਕਸ਼ਨ ਦਾ ਵੀ ਇਹ ਸੁਣਦੇ ਹੈ, ਇਹ ਪਤਾ ਲੱਗਿਆ ਸੂਤਰਾਂ ਤੋਂ ਵੀ ਉਹ ਵੀ ਖਾਨਾ ਪੂਰਤੀ ਕੀਤੀ ਜਾਂਦੀ ਸੀ, ਪਰਦੇ ਹੀ ਕੱਜੇ ਜਾਂਦੇ ਸੀ ਸਾਰੇ ਕਾਸੇ 'ਤੇ ਪਰਦਾ ਪਾ ਕੇ ਜਿਹੜੀਆਂ ਇਨਸਪੈਕਸ਼ਨ ਰਿਪੋਰਟਾਂ ਅੱਗੇ ਦੇ ਦਿੱਤੀਆਂ ਜਾਂਦੀਆਂ ਸੀ ਵੀ ਸਾਰਾ ਕੁਝ ਠੀਕ ਹੈ ਜੀ, ਆਲ ਇਜ਼ ਵੈਲ। ਬਾਕੀ ਤਾਂ ਸਭ ਕੁਝ ਪਤਾ ਹੀ ਹੈ ਕੀ ਚੱਲ ਰਿਹਾ, ਜੋ ਕੁਛ ਹੁਣ ਸਾਹਮਣੇ ਆ ਰਿਹਾ। ਪਰ ਇਹ ਇੱਕ ਬੜੀ ਹੈਰਾਨੀਜਨਕ ਗੱਲ ਹੈ ਵੀ ਕੋਈ ਆਡਿਟਿੰਗ ਨਾ ਹੋਵੇ, ਕੋਈ ਪ੍ਰੋਪਰ ਕੋਈ ਚੈੱਕ ਐਂਡ ਬੈਲੈਂਸ ਨਾ ਹੋਵੇ ਡਿਪਾਰਟਮੈਂਟ 'ਚ। ਦਰਜਾ 4 ਕਰਮਚਾਰੀਆਂ ਤੋਂ ਲੈ ਕੇ, ਚਪੜਾਸੀਆਂ ਤੋਂ ਲੈ ਕੇ, ਬੇਲਦਾਰਾਂ ਤੋਂ ਲੈ ਕੇ, ਅਸੀਂ ਕਹਿ ਲਈਏ ਫੋਰੈਸਟ ਗਾਰਡਾਂ ਤੋਂ ਲੈ ਕੇ ਉੱਪਰ ਤੱਕ ਸਾਰੇ ਰਲੇ ਹੋਣ, ਸਾਰੇ ਹਿੱਸਾ ਪੱਤੀ ਖਾਈ ਜਾਣ। ਜਦੋਂ ਉਹ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤਾਂ ਖੇਤ ਦਾ ਕੀ ਬਣੂਗਾ, ਅਸੀਂ ਅੰਦਾਜ਼ਾ ਸਹਿਜੇ ਲਾ ਸਕਦੇ ਹਾਂ ਜੀ। ਦਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਹੈ ਵੀ ਕਿ ਜੰਗਲਾਤ ਵਿਭਾਗ ਦੇ ਸਾਰੇ ਹੀ ਅਧਿਕਾਰੀ ਲਗਭਗ ਆਪਸ 'ਚ ਰਲੇ ਮਿਲੇ ਹੋਏ ਸੀ, ਤਾਂ ਉੱਥੇ ਇੱਕ ਗੱਲ ਇਹ ਵੀ ਨਿਕਲ ਕੇ ਆਈ ਹੈ ਵੀ ਕਿ ਜੰਗਲਾਤ ਵਿਭਾਗ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ, ਬਿਊਰੋਕ੍ਰੇਸੀ ਨੇ, ਉਹ ਵੀ ਕਿਤੇ ਨਾ ਕਿਤੇ ਵਿਭਾਗ ਦੀ ਜਿਹੜੀ ਲੱਕੜ ਸੀ ਆਪਣੇ ਘਰੇਲੂ ਵਰਤੋਂ ਲਈ ਮੰਗਵਾਉਂਦੇ ਸੀ ਅਤੇ ਉਸ ਦੀ ਵਰਤੋਂ ਕਰਦੇ ਸੀ। ਇਸ ਤਰ੍ਹਾਂ ਹੀ ਚਰਚਾਵਾਂ, ਇਸ ਤਰ੍ਹਾਂ ਹੀ ਦੋਸ਼ ਲਗਾਤਾਰ ਲੱਗਦੇ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਇਸ 'ਚ ਕਿੰਨੀ ਕੁ ਸੱਚਾਈ ਹੈ। ਹਾਂ, ਇਹ ਪਤਾ ਲੱਗਿਆ ਵੀ ਚੰਡੀਗੜ੍ਹ ਦੇ ਆਸ-ਪਾਸ ਜਿਹੜੇ IAS ਅਫਸਰਾਂ ਵੱਲੋਂ, PCS ਅਫਸਰਾਂ ਵੱਲੋਂ ਘਰ ਪਾਏ ਜਾਂਦੇ ਸੀ, ਖਾਸ ਕਰਕੇ ਮੁੱਲਾਂਪੁਰ ਸਾਈਡ 'ਤੇ ਜਿਹੜੀ ਕਲੋਨੀ ਹੈ ਉੱਥੇ ਬਹੁਤੇ ਅਫਸਰਾਂ ਨੇ ਜਿਹੜੀ ਹੈ ਲੱਕੜ ਜਿਹੜੀ ਹੈ ਉਹ ਜੰਗਲਾਤ ਵਿਭਾਗ ਤੋਂ ਲਈ। 100% ਤਾਂ ਬਗਾਰ 'ਚ ਨਹੀਂ ਲਈ, ਪਰ ਬਹੁਤ ਸਸਤੀ ਲਈ। ਕਈਆਂ ਨੂੰ ਪੈਸੇ ਕੁਛ ਘੱਟ ਦੇ ਤੇ ਹੋਰ ਦੇ ਤੇ ਉਹ ਫਿਰ ਠੇਕੇਦਾਰਾਂ ਨੇ ਐਡਜਸਟ ਕੀਤਾ। ਐਡਜਸਟ ਕਰਨ ਦਾ ਮਤਲਬ ਹੁੰਦਾ ਵੀ ਤੁਸੀਂ 10 ਦਰੱਖਤ ਹੋਰ ਵੱਧ ਵੱਢ ਲਓ। ਮਤਲਬ ਇਸ ਤਰ੍ਹਾਂ ਦਾ ਜਿਹੜਾ ਅਸੀਂ ਜਦੋਂ ਦੇਖਦੇ ਹਾਂ ਵੀ ਇਸ ਹਮਾਮ 'ਚ ਸਾਰੇ ਨੰਗੇ ਹੋਏ ਪਏ ਨੇਗੇ, ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਵੀ ਇੱਕ ਨੂੰ ਕੀ ਰੋਣੀ ਹੈ ਤਾਂ ਆਵਾ ਹੀ ਉੱਤਿਆ ਪਿਆ। ਮਤਲਬ ਆਵਾ ਉੱਤਣ ਵਾਲਾ ਕੰਮ ਹੋਇਆ ਪਿਆ ਹੈਗਾ ਵੀ ਜੇ ਚੰਗਾ ਪੈਸਾ ਕਮਾ ਕੇ ਵੀ ਇੱਕ ਘਰ ਪਾਉਣਾ ਹੈ, ਘਰ ਦੀ ਉਦੋਂ ਬਾਅਦ ਲੱਕੜ ਇਹ ਸੋਚਣਾ ਵੀ ਬਗਾਰ 'ਚ ਮਿਲ ਜੇ ਜਾਂ ਸਸਤੀ ਮਿਲ ਜੇ ਜਾਂ ਮੁਫਤ ਮਿਲ ਜੇ, ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਜਿਹੜਾ ਸਿਸਟਮ ਹੈ ਉਹ ਨਿਗਰਿਆ ਪਿਆ ਅਤੇ ਕਿਸ ਹੱਦ ਤੱਕ ਸਾਰੇ ਜਿਹੜੇ ਹੈ ਵਗਦੀ ਗੰਗਾ 'ਚ ਹੱਥ ਧੋਣ ਲਈ ਜਿਹੜੇ ਤਤਪਰ ਰਹਿੰਦੇ ਨੇ, ਤਿਆਰ ਰਹਿੰਦੇ ਨੇ ਜੀ। ਦਵਿੰਦਰ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਭ੍ਰਿਸ਼ਟਾਚਾਰ ਦੀ ਅਤੇ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰਨ ਵਾਲੀ ਵਿਜੀਲੈਂਸ ਦੀ, ਤਾਂ ਵਿਜੀਲੈਂਸ ਵੱਲੋਂ ਕੁਝ ਦਿਨ ਪਹਿਲਾਂ ਹੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਵਿੱਚ ਵੀ ਜਾਂਚ ਸ਼ੁਰੂ ਕੀਤੀ ਹੈ। ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਉਹ ਪੂਰਾ ਮਾਜਰਾ ਕੀ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਉਸ ਦੇ ਵਿੱਚ ਵੀ ਜਿਹੜਾ ਕੋਈ ਘਪਲਾ ਜਾਂ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆ ਰਹੇ ਨੇ, ਉਸ 'ਚ ਵੀ ਕੋਈ ਰਾਜਨੀਤਿਕ ਆਗੂਆਂ ਦੇ ਸ਼ਾਮਲ ਹੋਣ ਦੀ ਜੇ ਸੰਭਾਵਨਾਵਾਂ ਦਿਖ ਰਹੀਆਂ। ਹਾਂ, ਜਿਹੜੇ ਪੰਜਾਬ ਦੇ ਪੁਰਾਣੇ ਖੁਰਾਕ ਅਤੇ ਸਪਲਾਈ ਮੰਤਰੀ ਸੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਉਹ ਸ਼ਿਕਾਇਤ ਜਿਹੜੀ ਹੈ ਉਹ ਦਿੱਤੀ ਗਈ ਹੈ ਜੀ। ਪਰ ਜੋ ਉੜਦੀ ਗੱਲ ਸੁਣੀ ਹੈ, ਜੋ ਵਿਜੀਲੈਂਸ ਨੂੰ ਪਤਾ ਲੱਗਿਆ ਵੀ ਉਹਦੇ 'ਚ ਇਕੱਲੇ ਸਾਬਕਾ ਮੰਤਰੀ ਨਹੀਂ ਸੀ ਸ਼ਾਮਲ। ਪਤਾ ਲੱਗਿਆ ਵੀ ਉਹਦੇ 'ਚ ਕਾਂਗਰਸ ਦੇ ਘੱਟੋ ਘੱਟ 20 MLAs ਦੀ ਵੀ ਸ਼ਮੂਲੀਅਤ ਸੀ। ਮਾਲਵੇ ਦੇ ਇੱਕ MLA ਬਾਰੇ ਤਾਂ ਇਹ ਵੀ ਸੁਣਿਆ ਜਾਂਦਾ ਵੀ ਉਹਨੇ 65 ਕਰੋੜ ਰੁਪਈਆ ਸਿਰਫ ਇਸੇ ਧੰਦੇ 'ਚੋਂ ਜਿਹੜਾ ਕਮਾਇਆ, ਉਹ ਖਾਸ ਕਰਕੇ ਟਰਾਂਸਪੋਰਟ ਦਾ ਸੀਗਾ। ਉਹ ਇਹ ਸੀ ਵੀ ਸ਼ੁਰੂ ਦੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਕੋਲ ਡਿਪਾਰਟਮੈਂਟ ਸੀ, ਜਦੋਂ ਤੱਕ ਮਿਸਟਰ ਆਸ਼ੂ ਅਜੇ ਮੰਤਰੀ ਨਹੀਂ ਸੀ ਬਣੇ, ਕਹਿੰਦੇ ਵੀ 300 ਤੋਂ 400 ਕਰੋੜ ਰੁਪਏ ਤੱਕ ਦਾ ਜਿਹੜਾ ਉਹ ਬਚਤ ਜਿਹੜੀ ਹੈ ਡਿਪਾਰਟਮੈਂਟ ਨੂੰ ਹੋ ਗਈ ਸੀ ਟਰਾਂਸਪੋਰਟ ਦੇ ਕੰਮਾਂ 'ਚ। ਉਸ ਤੋਂ ਬਾਅਦ ਜਿਹੜੇ ਡਿਪਟੀ ਕਮਿਸ਼ਨਰ ਆਮ ਤੌਰ 'ਤੇ ਇਹ ਕੰਟਰੈਕਟ ਜਿਹੜੇ ਆ ਉਹ ਕਰਦੇ ਸੀਗੇ, ਟੈਂਡਰ ਦਿੰਦੇ ਸੀ। ਪਰ ਟੈਂਡਰ ਦਾ ਜਿਹੜਾ ਡਿਪਟੀ ਕਮਿਸ਼ਨਰਸ ਤੋਂ ਵਾਪਸ ਲੈ ਕੇ ਉਹ ਖੁਰਾਕ ਅਤੇ ਸਪਲਾਈ ਵਿਭਾਗ ਨੂੰ ਦਿੱਤਾ ਗਿਆ। ਖੁਰਾਕ ਅਤੇ ਸਪਲਾਈ ਵਿਭਾਗ ਨੇ ਫਿਰ ਮਨਮਰਜ਼ੀ ਦੇ ਜਿਹੜੇ ਹੈ ਉਹ ਟੈਂਡਰ ਇਸ ਤਰ੍ਹਾਂ ਅਲਾਟ ਕੀਤੇ ਵੀ ਜ਼ਿਆਦਾ ਪੇਮੈਂਟਾਂ ਜਿਹੜੀਆਂ ਉਹ ਠੇਕੇਦਾਰਾਂ ਨੂੰ ਜਾਂ ਟਰਾਂਸਪੋਰਟਰਾਂ ਨੂੰ ਕੀਤੀਆਂ ਗਈਆਂ, ਅਤੇ ਉਹ ਜਿਹੜਾ ਉਹਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਸਿਆਸਤਦਾਨਾਂ ਨੂੰ ਭੇਟਾ ਦੇ ਰੂਪ ਦੇ ਵਿੱਚ ਚਾੜਿਆ ਗਿਆ। ਹੁਣ ਅਸੀਂ ਇਹਦੇ ਨਾਲ ਇੱਕ ਜੁੜੀ ਹੋਈ ਗੱਲ ਇਹ ਦੇਖਦੇ ਹਾਂ ਵੀ ਸਾਬਕਾ ਕਾਂਗਰਸੀ ਲੀਡਰ ਸੁਨੀਲ ਜਾਖੜ ਜਦੋਂ ਕਾਂਗਰਸ ਦੇ ਵਿੱਚ ਸੀਗੇ ਅਤੇ ਵਿਰੋਧੀ ਧਿਰ ਦੇ ਨੇਤਾ ਸੀ,
ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਤੇ 32,000 ਕਰੋੜ ਰੁਪਏ ਦੇ ਖੁਰਾਕ ਤੇ ਸਪਲਾਈ ਵਿਭਾਗ 'ਚ ਘੁਟਾਲਾ ਹੋਣ ਦੇ ਦੋਸ਼ ਲਾਏ ਸੀ। ਉਹਦੇ 'ਚ ਵੀ ਸਭ ਤੋਂ ਵੱਡਾ ਇਹ ਟਰਾਂਸਪੋਰਟ ਦਾ ਸੀਗਾ। ਤੇ 5 ਸਾਲ ਜਿਹੜੇ ਹੈ ਸੁਨੀਲ ਜਾਖੜ ਉਸੇ ਪਾਰਟੀ ਸੀਗੇ ਤੇ 4.5 ਸਾਲ ਤਕਰੀਬਨ ਉਸ ਪਾਰਟੀ ਦੇ ਪ੍ਰਧਾਨ ਸੀ, ਜਿਹੜੀ ਪਾਰਟੀ ਦੇ ਮੰਤਰੀ ਤੇ ਟਰਾਂਸਪੋਰਟ 'ਚ ਉਹੀ ਉਸੇ ਤਰ੍ਹਾਂ ਦੇ ਟਰਾਂਸਪੋਰਟ ਦੇ ਕੰਮਾਂ 'ਚ ਖੁਰਾਕ ਤੇ ਸਪਲਾਈ ਵਿਭਾਗ 'ਚ ਘਪਲੇ ਦੇ ਦੋਸ਼ ਲੱਗੇ ਨੇ। ਤੇ ਇਹਦੇ 'ਤੇ ਸੁਨੀਲ ਜਾਖੜ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਵੀ ਕਿਸ ਤਰ੍ਹਾਂ ਦੀ ਪਾਰਟੀ। ਅੱਜ ਜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਵੀ ਮੇਰੇ ਸਾਰੇ ਮੰਤਰੀ ਭ੍ਰਿਸ਼ਟ ਸੀ, ਤਾਂ ਉਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸੀਗੇ ਜੀ, ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਚਲੇ ਗਏ ਨੇ। ਤੇ ਉਹ ਵੀ ਇਹਨਾਂ ਮੰਤਰੀਆਂ ਬਾਰੇ ਖੁਲਾਸੇ ਜਿਹੜੇ ਉਹ ਕਰ ਦੇਣ ਕਿ ਉਹਨਾਂ ਨੂੰ ਵੀ ਪਤਾ ਸੀ ਵੀ ਸਾਡੀ ਪਾਰਟੀ ਦੇ ਸਾਰੇ ਮੰਤਰੀ ਕਰਪਟ ਸੀ ਜਾਂ ਸਾਰੇ ਮੰਤਰੀ ਹਿੱਸਾ ਪੱਤੀ ਦਿੰਦੇ ਸੀਗੇ, ਕੀ ਕੁਛ ਕਰਦੇ ਸੀ। ਸੁਨੀਲ ਜਾਖੜ ਨੂੰ ਵੀ ਇਹਦੇ ਬਾਰੇ ਆਪਣਾ ਮੂੰਹ ਖੋਲ੍ਹਣਾ ਚਾਹੀਦਾ ਹੈ। ਉਹ ਸਿਰਫ ਤੇ ਸਿਰਫ ਇਹ ਬੀਜੇਪੀ ਦੇ ਸੋਲੇ ਗਾਉਣ ਦੀ ਬਜਾਏ ਉਹ ਆਪਣੀ ਪਾਰਟੀ ਜਿਹਦੀ ਉਹ ਸੂਬਾ ਪ੍ਰਧਾਨ ਰਹੇ, ਉਹਦੀ ਕਾਰਗੁਜ਼ਾਰੀ ਵੀ ਜਿਹੜੀ ਆ ਉਹ ਜਨਤਾ ਦੀ ਕਚਹਿਰੀ 'ਚ ਰੱਖਣੀ ਚਾਹੀਦੀ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਤਾਂ ਹਜੇ ਦਬਕੇ ਹੀ ਮਾਰਦੇ ਸੀ, ਮੈਂ ਨਾਂ ਦੱਸੂਗਾ, ਦੱਸਿਆ ਤਾਂ ਉਹਨਾਂ ਨੇ ਕੁਛ ਨਹੀਂ ਹਜੇ ਤੱਕ, ਨਾ ਮੇਰੇ ਖਿਆਲ ਕੋਈ ਦੱਸਣ। ਤੇ ਸੁਨੀਲ ਜਾਖੜ ਨੂੰ ਵੀ ਇਹ ਹੌਸਲਾ ਕਰ ਲੈਣਾ ਚਾਹੀਦਾ ਹੈ, ਜਾਂ ਫਿਰ ਦਬਕਾ ਮਾਰ ਕੇ ਸਾਰਿਆਂ ਨੂੰ ਨਾਲ ਲੈ ਜਾਣ, ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਕਈ ਮੰਤਰੀਆਂ ਦੀ ਸ਼ਮੂਲੀਅਤ ਜਿਹੜੀ ਹੈ ਭਾਰਤੀ ਜਨਤਾ ਪਾਰਟੀ 'ਚ ਕਰਾਈ ਹੈ। ਤੇ ਹੁਣ ਇਹਨਾਂ ਦੀ ਵੀ ਬਾਕੀਆਂ ਦੀ ਵੀ ਰਹਿੰਦਿਆਂ ਖੁੰਦਿਆਂ ਦੀ ਕਰਵਾ ਲੈਣ, ਦਬਕਾ ਮਾਰ ਦੇਣ, ਵੀ ਮੈਂ ਸਾਰਿਆਂ ਦੇ ਨਾਂ ਦੱਸ ਦੂੰਗਾ। ਪਰ ਇਹ ਬੜੀ ਟ੍ਰੈਜਡੀ ਹੈ, ਬੜੀ ਤਰਾਸਦੀ ਹੈ ਵੀ ਜਿਹੋ ਜਿਹੇ ਦੋਸ਼ ਕਾਂਗਰਸੀ ਅਕਾਲੀ ਦਲ ਦੀ ਗੌਰਮੈਂਟ 'ਤੇ ਲਾਉਂਦੇ ਸੀ, ਚਾਹੇ ਉਹ ਰੇਤ ਮਾਫੀਆ ਦਾ ਹੋਵੇ, ਚਾਹੇ ਉਹ ਕੇਬਲ ਮਾਫੀਆ ਦਾ ਹੋਵੇ, ਚਾਹੇ ਉਹ ਟਰਾਂਸਪੋਰਟ ਮਾਫੀਆ ਦਾ ਹੋਵੇ, ਚਾਹੇ ਖੁਰਾਕ ਤੇ ਸਪਲਾਈ ਵਿਭਾਗ ਦਾ ਮਾਫੀਆ ਦਾ ਹੋਵੇ, ਚਾਹੇ ਟਰਾਂਸਪੋਰਟ ਮਾਫੀਆ ਦਾ ਹੋਵੇ, ਉਸੇ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੰਤਰੀ ਹੁਣ ਇਸ ਵੇਲੇ ਪੂਰੀ ਤਰ੍ਹਾਂ ਘਿਰੇ ਹੋਏ ਨੇ। ਉਸ ਤਰ੍ਹਾਂ ਦੇ ਦੋਸ਼ ਜਿਹੜੇ ਉਹ ਸਾਹਮਣੇ ਆ ਰਹੇ ਨੇ, ਤੱਥ ਸਾਹਮਣੇ ਆ ਰਹੇ ਨੇ, ਸ਼ਿਕਾਇਤਾਂ ਉਸੇ ਤਰ੍ਹਾਂ ਦੀਆਂ ਹੋ ਰਹੀਆਂ ਨੇ। ਜੀ ਦਵਿੰਦਰ ਜੀ, ਜੇਕਰ ਹੁਣ ਦੇਖੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਵਿੱਚ ਪਿਛਲੇ ਸਮੇਂ ਜੋ ਵੀ ਕਾਰਗੁਜ਼ਾਰੀ ਰਹੀ ਹੈ, ਜੰਗਲਾਤ ਵਿਭਾਗ ਦੀ ਹੋਵੇ, ਖੁਰਾਕ ਤੇ ਸਪਲਾਈ ਵਿਭਾਗ ਦੀ ਹੋਵੇ, ਇਹ ਦੋਵੇਂ ਵਿਭਾਗ ਤਾਂ ਜਿਹੜੇ ਹੈਗੇ ਆ ਭ੍ਰਿਸ਼ਟਾਚਾਰ ਦੇ ਘੇਰੇ ਵਿੱਚ ਆ ਗਏ ਨੇ। ਵਿਜੀਲੈਂਸ ਜਾਂਚ ਕਰ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਕਿ ਹੋਰ ਕਿਸੇ ਵਿਭਾਗ ਦੇ ਵਿੱਚ ਵੀ ਇਸ ਤਰ੍ਹਾਂ ਸੰਗਠਿਤ ਰੂਪ ਦੇ ਵਿੱਚ ਕਰਪਸ਼ਨ ਚੱਲ ਰਹੀ ਹੈ? ਦੇਖੋ, ਆਪਾਂ ਜਿਵੇਂ ਸ਼ੁਰੂ 'ਚ ਗੱਲ ਕੀਤੀ ਵੀ ਬਿਨਾਂ ਸ਼ੱਕ ਤਕਰੀਬਨ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਸੰਗਠਿਤ ਰੂਪ ਦੇ ਵਿੱਚ ਕਰਪਸ਼ਨ ਚੱਲਦੀ ਹੈ। ਪਰ ਹੁਣ ਗੱਲ ਇਹ ਹੁੰਦੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਭ ਤੋਂ ਵੱਡਾ ਜਿਹੜਾ ਚੈਲੰਜ ਕਹਿ ਲਈਏ, ਸਭ ਤੋਂ ਵੱਡਾ ਉਹਨਾਂ ਲਈ ਸਵਾਲ ਇਹ ਖੜਾ ਹੁੰਦਾ ਹੈ ਵੀ ਕੀ ਉਹ ਇੱਕ ਤਾਂ ਇਸ ਮੁਹਿੰਮ ਨੂੰ ਜਾਰੀ ਰੱਖ ਸਕਣਗੇ, ਜਾਂ ਪਿਕ ਐਂਡ ਚੂਜ਼ ਹੋਊ, ਜਾਂ ਸੀਮਤ ਹੋਊ, ਕਿਸੇ 2-4 ਬੰਦਿਆਂ ਨੂੰ ਟਾਰਗੇਟ ਕਰਨਾ, ਕਿਹਨੂੰ ਕਰਨਾ, ਜਾਂ ਕੋਈ ਸਿਆਸੀ ਫਾਇਦਾ ਲੈਣਾ, ਸਿਰਫ ਸੰਗਰੂਰ ਦੀ ਇਲੈਕਸ਼ਨ ਜਿੱਤਣੀ ਹੈ, ਜਾਂ ਕੋਈ ਹੋਰ ਮਾਰਕੇਬਾਜ਼ੀ ਮਾਰ ਕੇ ਕੋਈ ਉਸ ਤਰ੍ਹਾਂ ਦਾ ਸਿਰਫ ਸ਼ੋਸ਼ੇਬਾਜ਼ੀ ਦੇ ਸਿਰ 'ਤੇ ਆਪਦੇ ਟੰਗ ਟਪਾਈ ਕਰਨੀ ਹੈ। 2 ਸਾਲ ਲੰਘਾ ਲਏ, 4 ਸਾਲ ਲੰਘਾ ਲਏ, 5 ਸਾਲ ਲੰਘਾ ਲਏ, ਉਸ ਤਰ੍ਹਾਂ ਕਰਨਾ ਪਤਾ ਲੱਗੂ। ਨੀਅਤ ਉਦੋਂ ਪਤਾ ਲੱਗੂਗੀ ਵੀ ਜਦੋਂ ਹਾਂ ਵਾਕਈ ਸਫਾਈ ਕਰਨ ਦੀ ਨੀਅਤ ਨਾਲ ਕੁਛ ਕਰ ਰਿਹਾ ਹੈ। ਹਜੇ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇਗੀਆਂ, ਸਰਕਾਰ ਬਾਰੇ ਵੀ ਆ ਰਹੀਆਂ ਨੇ, ਪਰ ਹਜੇ ਦੇਖੋ, ਹਜੇ ਟਾਈਮ ਦੇਵਾਂਗੇ ਉਹਨਾਂ ਨੂੰ। ਪਰ ਸਰਕਾਰ ਨੂੰ ਜੇ ਸਫਾਇਆ ਕਰਨਾ ਹੈ, ਕੋਈ ਕਾਰਵਾਈ ਕਰਨੀ ਹੈ, ਇੱਕ ਤਾਂ ਨੀਅਤ ਸਾਫ਼ ਰੱਖ ਕੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਇਸ ਤਰ੍ਹਾਂ ਦੀ ਕਰ ਲੈਣੀ ਚਾਹੀਦੀ ਹੈ। ਹਾਲਾਂਕਿ ਕਈ ਨਿਯੁਕਤੀਆਂ ਜਿਹੜੀਆਂ ਫੀਲਡ ਦੇ ਵਿੱਚ ਗੌਰਮੈਂਟ ਦੇ ਚਹੇਤੇ ਇਸ ਤਰ੍ਹਾਂ ਦੇ ਅਫਸਰ ਵੀ ਸਾਹਮਣੇ ਆਏ ਨੇ, ਜਿਨ੍ਹਾਂ ਦਾ ਪਿਛੋਕੜ ਜਿਹੜਾ ਉਹ ਦਾਗੀ ਰਹੇਗਾ, ਉਹ ਸਰਕਾਰ ਦੇ ਇਸ ਵੇਲੇ ਚਹੇਤੇ ਨੇਗੇ। ਇਸ ਲਈ ਉਹ ਜਿਹੜਾ ਨੀਅਤ ਤੇ ਕੰਡਕਟ ਜਿਹੜਾ ਹੈ ਉਹ ਸਾਫ਼ ਜਿਹੜਾ ਲੋਕਾਂ ਦੇ ਵਿੱਚ ਅਕਸ ਜਿਹੜਾ ਉਹ ਦੱਸਣਾ ਚਾਹੀਦਾ ਹੈ। ਅਤੇ ਕਾਰਵਾਈ ਜਿਹੜੀ ਉਹ ਸਭ 'ਤੇ ਹੋਣੀ ਚਾਹੀਦੀ ਹੈ, ਸਾਰੇ ਡਿਪਾਰਟਮੈਂਟਾਂ ਦੇ ਵਿੱਚ ਹੋ ਜਾਣੀ ਚਾਹੀਦੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।